ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡਾ ਲਖਵਿੰਦਰ ਸਿੰਘ। ਜੇ ਆਪ ਜੀ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਸਕੇ। ਸੋ ਅੱਜ ਅਸੀਂ ਇੱਕ ਰਿਐਕਸ਼ਨ ਲੈ ਕੇ ਆਏ ਹਾਂ। ਉਹ ਰਿਐਕਸ਼ਨ ਹੈ 2 ਘੰਟੇ ਹੋ ਗਏ ਨੇ ਜੋ ਕੁਲਵਿੰਦਰ ਬਿੱਲਾ ਜੀ ਤੇ ਜਪਜੀ ਖਹਿਰਾ ਤੇ ਹੰਬਲ ਮਿਊਜ਼ਿਕ ਵੱਲੋਂ ਬੋਲ ਵਾਹਿਗੁਰੂ ਜੋ ਸ਼ਬਦ ਕੱਢਿਆ ਗਿਆ ਹੈ ਉਹਦੇ ਤੇ ਅਸੀਂ ਅੱਜ ਰਿਐਕਸ਼ਨ ਕਰਾਂਗੇ ਤੇ ਦੇਖਾਂਗੇ ਉਸ ਸ਼ਬਦ ਦੇ ਵਿੱਚ ਸਾਨੂੰ ਕੀ ਸਮਝਾਉਣਾ ਕੀਤਾ ਹੈ। ਤੇ ਆਓ ਨਾਲ ਦੀ ਨਾਲ ਅਸੀਂ ਉਹ ਸ਼ਬਦ ਦੇਖਦੇ ਹਾਂ ਤੇ ਨਾਲ ਦੀ ਨਾਲ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਆਓ ਸ਼ਬਦ ਨੂੰ ਦੇਖਣਾ ਕਰੀਏ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਬੋਲ ਵਾਹਿਗੁਰੂ 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 ਬੋਲ। ਉਹ ਤਾਂ ਤੇਰੇ ਅੰਦਰ ਵਸਦਾ ਮਨ ਦੀਆਂ ਅੱਖਾਂ ਖੋਲ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਬੋਲ। ਇਹ ਸੀ ਸ਼ਬਦ ਦਾ ਪਹਿਲਾ ਪੈਰਾ ਜਿਸ ਦੇ ਵਿੱਚ ਗੱਲ ਕੀਤੀ ਹੈ ਕਿ ਉਹ ਵਾਹਿਗੁਰੂ ਕਿਤੇ ਬਾਹਰ ਨਹੀਂ ਵਸਦਾ, ਤੂੰ ਆਪਣੇ ਮਨ ਦੀਆਂ ਅੱਖਾਂ ਖੋਲੋ, ਉਹ ਤੇ ਤੇਰੇ ਅੰਦਰ ਵਸਦਾ ਹੈ। ਵਾਹਿਗੁਰੂ ਦਾ ਅਰਥ ਹੈ ਭਾਵ ਕਿ ਜਦੋਂ ਦੇਖੀਏ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਕਿ ਇਹ ਸ਼ਬਦ ਭੱਟਾਂ ਦੇ ਸਵਈਆਂ ਦੇ ਵਿੱਚ ਵਾਹਿਗੁਰੂ ਸ਼ਬਦ ਆਉਂਦਾ ਹੈ। ਵਾਹਿਗੁਰੂ ਦਾ ਮੀਨਸ ਭਾਵ ਕਿ ਜਦੋਂ ਅੱਜ ਅਸੀਂ ਦੇਖੀਏ ਕਿ ਕਿਸੇ ਪਹਾੜੀ ਇਲਾਕੇ ਦੇ ਵਿੱਚ ਜਾਂ ਕਿਸੇ ਵਧੀਆ ਪਲੇਸ ਦੇ ਵਿੱਚ ਜਾਂਦੇ ਹਾਂ ਤੇ ਜਦੋਂ ਅਸੀਂ ਉਸ ਪਲੇਸ ਨੂੰ ਦੇਖਦੇ ਹਾਂ ਤੇ ਮੂੰਹ ਦੇ ਵਿੱਚੋਂ ਨਿਕਲਦੀ ਆ ਵਾਓ ਸੋ ਬਿਊਟੀਫੁਲ। ਦੇਖ ਕੇ ਦ੍ਰਿਸ਼, ਉਹ ਦੇਖ ਕੇ ਮਾਹੌਲ ਨੂੰ ਅੰਦਰੋਂ ਵਾਹ ਨਿਕਲਣੀ, ਜਾਂ ਕਹਿ ਲਈਏ ਕਿ ਕੋਈ ਬੱਚਾ ਕਲਾਕਾਰੀ ਕਰਦਾ ਹੋਵੇ, ਕੋਈ ਚੀਜ਼ ਦੀ ਕਲਾਕਾਰੀ ਹੁੰਦੀ ਹੋਵੇ ਤੇ ਅਸੀਂ ਉਸ ਕਲਾਕਾਰੀ ਨੂੰ ਵੇਖ ਕੇ ਵਾਹ ਕਹਿ ਦਿੰਦੇ ਹਾਂ, ਵਾਹ ਕੀ ਬਾਤ ਹੈ। ਤੇ ਉਹ ਹੁੰਦਾ ਹੈ ਅੰਦਰੋਂ ਵਾਹ ਨਿਕਲੀ। ਕੋਈ ਉਸ ਨੂੰ ਇੰਗਲਿਸ਼ 'ਚ ਵਾਓ ਵੀ ਕਹਿ ਦਿੰਦੇ ਨੇ, ਅਸੀਂ ਵਾਹ ਵੀ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕਿਸੇ ਦੀ ਕੁਆਲਿਟੀ ਦੇਖੀਏ, ਕਿਸੇ ਦੀ ਇਮਾਨਦਾਰੀ ਦੇਖੀਏ, ਸੰਤੋਖ ਦੇਖੀਏ, ਸਬਰ ਦੇਖੀਏ, ਸਹਿਨਸ਼ੀਲਤਾ ਦੇਖੀਏ, ਇਹ ਗੁਣਾਂ ਨੂੰ ਦੇਖੀਏ ਤੇ ਉਸ ਬੰਦੇ ਵੱਲ ਦੇਖ ਕੇ ਮੇਰੇ ਅੰਦਰੋਂ ਵਾਹ ਨਿਕਲੇ। ਐਗਜ਼ਾਮਪਲ ਦੇ ਤੌਰ ਤੇ ਗੱਲ ਕਰਾਂ ਕਿ ਜਿਵੇਂ ਇੱਕ ਸੈੱਲ ਫੋਨ ਹੈ, ਉਸ ਦੇ ਬਾਰੇ ਦੂਜੇ ਪਰਸਨ ਨੂੰ ਨੌਲੇਜ ਨਹੀਂ ਹੈ ਇਹਦੇ ਵਿੱਚ ਕੀ ਹੁੰਦਾ ਏ। ਦੂਜੇ ਇੱਕ ਵਾਲੇ ਨੇ ਦੱਸਣਾ ਕੀਤਾ ਕਿ ਭਾਈ ਇਹਦੇ ਵਿੱਚ ਕਾਲਿੰਗ ਵੀ ਹੋ ਜਾਂਦੀ ਹੈ, ਇਹਦੇ ਵਿੱਚ ਫੇਸ ਟੂ ਫੇਸ ਤੂੰ ਗੱਲ ਵੀ ਕਰ ਸਕਦਾ ਏ, ਜਿੱਥੇ ਮਰਜ਼ੀ ਬੈਠਾ ਹੋਵੇ 1 ਮਿੰਟ ਤੇ ਤੂੰ ਉਹਦੇ ਨਾਲ ਗੱਲ ਵੀ ਹੋ ਸਕਦੀ ਹੈ। ਤੇ ਉਹ ਬੰਦਾ ਕਹਿੰਦਾ ਵਾਹ ਆ ਵੀ ਚੀਜ਼ ਹੋ ਸਕਦੀ ਹੈ, ਇਹਦੇ ਵਿੱਚ ਆ ਵੀ ਹੋ ਸਕਦਾ ਹੈ। ਤੇ ਉਹ ਹੁੰਦੀ ਆ ਉਹ ਬੰਦੇ ਦੇ ਅੰਦਰੋਂ ਵਾਹ ਨਿਕਲੀ, ਕਿਸੇ ਚੀਜ਼ ਦੀ ਕੁਆਲਿਟੀ ਦੇਖ ਕੇ ਵਾਹ ਨਿਕਲਣੀ। ਜਦੋਂ ਅਸੀਂ ਵਾਹਿਗੁਰੂ ਕਹੀਏ ਨਾ ਤੇ ਸਾਡੇ ਜੀਵਨ ਦੇ ਵਿੱਚ ਉਹ ਕੁਆਲਿਟੀ ਨਜ਼ਰ ਆਵੇ, ਅਸੀਂ ਵਾਹ ਕਹੀਏ ਕਿ ਵਾਹ ਕੀ ਬਾਤ ਹੈ, ਕਿ ਰੱਬਾ ਤੂੰ ਆ ਵੀ ਗੁਣ ਮੇਰੇ ਅੰਦਰ ਪੈਦਾ ਕੀਤਾ ਹੈ, ਰੱਬਾ ਤੂੰ ਆ ਵੀ ਗੁਣ ਮੇਰੇ ਅੰਦਰ ਪੈਦਾ ਕੀਤਾ ਹੈ। ਮੇਰੇ ਅੰਦਰ ਵਾਹਿਗੁਰੂ ਉਹਦੀ ਕੁਦਰਤ ਨੂੰ ਦੇਖ ਕੇ ਵਾਹ ਕਹੀਏ, ਆ ਸਭ ਕੁਝ ਉਹਨੇ ਬਣਾਇਆ ਹੋਇਆ। ਵਾਹ ਕਿਸ ਤਰ੍ਹਾਂ ਰੱਬਾ ਇਹ ਬਲੱਡ ਦਾ ਸਰਕੂਲੇਸ਼ਨ ਚੱਲ ਰਿਹਾ ਹੈ, ਕਿਸ ਤਰ੍ਹਾਂ ਮਾਂ ਇੱਕ ਮਾਸ ਦਾ ਟੁਕੜਾ ਖਾਂਦੀ ਹੈ ਤੇ ਉਹਦੇ ਪੇਟ ਦੇ ਵਿੱਚ ਚਲੇ ਜਾਂਦਾ ਹੈ ਤੇ ਉਹੀ ਮਾਂ ਕਿਸੇ ਵੇਲੇ ਬੱਚੇ ਨੂੰ ਜਨਮ ਦਿੰਦੀ ਹੈ ਜਿਹੜਾ ਮਾਸ ਦਾ ਟੁਕੜਾ ਅੰਦਰ ਪਲਦਾ ਹੈ। ਇੱਕ ਮਾਸ ਦਾ ਟੁਕੜਾ ਗਲ ਜਾ ਰਿਹਾ ਹੈ ਤੇ ਇੱਕ ਮਾਸ ਦਾ ਟੁਕੜਾ ਪਲ ਰਿਹਾ ਹੈ। ਤੇ ਵਾਹ ਕਿਆ ਤੂੰ ਨਿਯਮ ਬਣਾਏ ਨੇ, ਕਿਆ ਤੂੰ ਕੁਦਰਤ ਬਣਾਈ ਹੈ ਤੇ ਉਹ ਸਾਡੀ ਅੰਦਰੋਂ ਨਿਕਲੇ। ਵਾਹ
ਇਹ ਨਾ ਹੋਵੇ ਉੱਤੋਂ ਉੱਤੋਂ ਵਾਹ ਕਹੀ ਜਾਈਏ ਪਰ ਵਿੱਚੋਂ ਕੁਝ ਜੀਵਨ ਦੇ ਵਿੱਚ ਅਸੀਂ ਗੁਣ ਪ੍ਰਗਟ ਨਾ ਕਰੀਏ। ਸੋ ਇਸ ਪੈਰੇ ਦੇ ਵਿੱਚ ਇਹੀ ਗੱਲ ਕੀਤੀ ਹੈ ਕਿ ਉਹ ਰੱਬ ਕਿਤੇ ਬਾਹਰ ਨਹੀਂ ਵਸਦਾ, ਉਹ ਤੇਰੇ ਅੰਦਰ ਹੈ। ਤੂੰ ਉਹਨੂੰ ਮਹਿਸੂਸ ਕਰ। ਤੇ ਜਿਵੇਂ ਗੁਰਬਾਣੀ ਦਾ ਬਚਨ ਹੈ ਨਾ ਕਿ ਪਹੁਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ, ਕਹਿੰਦੇ ਉਹ ਰੱਬ ਇਸ ਤਰ੍ਹਾਂ ਹੈ ਜਿਵੇਂ ਫੁੱਲਾਂ ਦੇ ਵਿੱਚ ਖੁਸ਼ਬੂ ਵਸਦੀ ਹੈ ਤੇ ਉਸ ਖੁਸ਼ਬੂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਉਸ ਖੁਸ਼ਬੂ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਤੇ ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਬਣਿਆ ਹੋਇਆ, ਉਹ ਤੇਰੇ ਵਿੱਚ ਵੀ ਹੈ, ਤੂੰ ਹੀ ਉਹਦੀ ਇੱਕ ਅੰਸ਼ ਹੈ। ਆਪਣੇ ਅੰਦਰ ਚੰਗੇ ਗੁਣ ਪੈਦਾ ਕਰਨੇ, ਕੁਆਲਿਟੀ ਪੈਦਾ ਕਰਨਾ ਹੀ ਰੱਬ ਨੂੰ ਮਿਲਣਾ ਹੈ, ਇਹ ਯਾਦ ਰੱਖਣਾ। ਆਓ ਸ਼ਬਦ ਨੂੰ ਅੱਗੇ ਦੇਖਣਾ ਕਰੀਏ। ਡਿੱਗਦਿਆਂ ਨੂੰ ਬੋਚਣ ਵਾਲਾ, ਕੁੱਲ ਆਲਮ ਦਾ ਸੋਚਣ ਵਾਲਾ, ਡਿੱਗਦਿਆਂ ਨੂੰ ਬੋਚਣ ਵਾਲਾ, ਕੁੱਲ ਆਲਮ ਦਾ ਸੋਚਣ ਵਾਲਾ, ਜਪ ਲੈ ਬੇੜੇ ਪਾਰ ਲਵਾਉਂਦਾ, ਜਪ ਲੈ ਬੇੜੇ ਪਾਰ ਲਵਾਉਂਦਾ, ਉਹਦਾ ਨਾਮ ਅਨਮੋਲ। ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ। ਜਪ ਲੈ ਬੇੜੇ ਪਾਲ ਲਵਾਉਂਦਾ, ਉਹਦਾ ਨਾਮ ਅਮੋਲ। ਕੀ ਅਸੀਂ ਜਪ ਦਾ ਅਰਥ ਹੈ ਜਾਣਨਾ, ਸਮਝਣਾ। ਕਹਿੰਦੇ ਉਹਦੇ ਗਿਆਨ ਨੂੰ ਸਮਝ ਲੈ, ਉਹਦੀ ਅਕਲ ਲੈ, ਤੇ ਉਹਦੀ ਅਕਲ ਲਏਗਾ, ਸਮਝ ਲਏਗਾ ਜਦੋਂ ਜੀਵਨ ਦੇ ਵਿੱਚ, ਤੇ ਤੇਰਾ ਹਰ ਬੇੜਾ ਪਾਰ ਲੰਘੂਗਾ। ਕਿਉਂਕਿ ਤੂੰ ਆਪਣੀ ਕਾਮਨ ਸੈਂਸ ਮੁਤਾਬਕ, ਆਪਣੇ ਲਏ ਹੋਏ ਡਿਸੀਜਨਾਂ ਮੁਤਾਬਕ ਚੱਲੇਗਾ। ਨਾਮ ਜਪਣ ਦਾ ਭਾਵ ਇਹੀ ਹੈ, ਜੇ ਭਗਤੀ ਕਰਨੀ ਹੈ ਨਾਮ ਜਪਣਾ, ਤੇ ਇੱਕ ਗੱਲ ਯਾਦ ਰੱਖਣਾ, ਬਿਨ ਗੁਣ ਕੀਤੇ ਭਗਤ ਨਾ ਹੋਏ। ਜੇ ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਪੜ੍ਹ ਕੇ ਜੀਵਨ ਦੇ ਵਿੱਚ ਕੋਈ ਕੁਆਲਿਟੀ ਪੈਦਾ ਹੋ ਰਹੀ ਹੈ, ਸਮਝ ਆ ਰਹੀ ਹੈ, ਜੀਵਨ ਦੇ ਵਿੱਚ ਅੱਗੇ ਵਧ ਰਿਹਾ ਹੈ, ਮੋਟੀਵੇਸ਼ਨਲ ਹੋ ਰਿਹਾ ਹੈ, ਤੇ ਸਮਝ ਲਾ ਤੂੰ ਬਾਣੀ ਨੂੰ ਸਮਝ ਰਿਹਾ ਹੈ। ਤੇ ਜੇ ਗੁਰਬਾਣੀ ਕਹਿੰਦੀ ਜੇ ਤੈਨੂੰ ਪੜ੍ਹ ਕੇ ਵੀ ਅਕਲ ਨਾ ਆਈ, ਤੇ ਇਹ ਗੱਲ ਯਾਦ ਰੱਖੀ, ਬਿਨ ਗੁਣ ਕੀਤੇ ਭਗਤ ਨਾ ਹੋਏ। ਜੇ ਪੜ੍ਹ ਕੇ ਵੀ ਨਾ ਅਕਲ ਆਈ, ਤੇ ਇਹ ਨਾ ਸਮਝੀ ਕਿ ਤੂੰ ਭਗਤੀ ਕਰਦਾ ਹੈ, ਨਾਮ ਜਪਦਾ ਹੈ। ਭਗਤੀ ਨਾਮ ਤੇਰਾ ਨਹੀਂ ਜਪਿਆ ਜਾ ਰਿਹਾ। ਕਿਉਂ? ਕਿਉਂਕਿ ਤੇਰੇ ਅੰਦਰ ਕੁਆਲਿਟੀ ਪੈਦਾ ਨਹੀਂ ਹੋ ਰਹੀ, ਕਿਉਂਕਿ ਤੂੰ ਸਮਝ ਲੈ ਨਹੀਂ ਰਿਹਾ। ਫਿਰ ਤੇ ਉਹ ਹਾਲ ਹੋ ਗਿਆ, ਪੜ ਗੱਡੀ ਲੱਦੀ ਹੈ, ਪੜ ਪੜੀਆਂ, ਪੜ ਕੇ ਪੜੀ ਜਾਨਾ ਪਰ ਸਮਝ ਨਹੀਂ ਆ ਰਹੀ, ਅਕਲ ਨਹੀਂ ਆ ਰਹੀ, ਜੀਵਨ ਦੇ ਵਿੱਚ ਕੁਝ ਚੰਗਾ ਨਹੀਂ ਕਰ ਪਾ ਰਿਹਾ ਤੂੰ। ਤੇ ਚੰਗਾ ਸਿੱਖਣਾ, ਗੁਰਬਾਣੀ ਕਹਿੰਦੀ ਹੈ ਥੋੜਾ ਪੜ ਪਰ ਚੰਗਾ ਪੜ, ਥੋੜਾ ਸਿੱਖ ਪਰ ਵਧੀਆ ਸਿੱਖ, ਥੋੜਾ ਪੜ ਪਰ ਵਧੀਆ ਚੰਗੀ ਤਰ੍ਹਾਂ ਸਮਝ ਕੇ ਪੜ। ਇੱਕ ਹੁੰਦਾ ਪਾਠ ਕਰਨਾ, ਇੱਕ ਹੁੰਦਾ ਪਾਠ ਪੜ੍ਹਨਾ। ਤੇ ਜ਼ਿਆਦਾਤਰ ਅਸੀਂ ਸਾਰੇ ਪਾਠ ਪੜ੍ਹਦੇ ਹਾਂ ਤੇ ਕਰਦਾ ਕੋਈ ਵਿਰਲਾ ਹੈ, ਤੇ ਜਿਹੜਾ ਕਰਦਾ ਹੈ ਉਹ ਜੀਵਨ ਦੇ ਵਿੱਚ ਆਪਣੇ ਕੁਆਲਿਟੀਆਂ ਪੈਦਾ ਕਰਦਾ ਹੈ। ਆਓ ਸ਼ਬਦ ਨੂੰ ਅੱਗੇ ਦੇਖਣਾ ਕਰੀਏ। ਗੂੰਗੇ ਬੋਲੇ ਅਕਰੇ ਪੋਲੇ, ਡੋਰਿਆ ਸਭ ਦੀ ਉਹਦੇ ਕੋਲੇ, ਕਿਧਰੇ ਥੋੜਾ ਕਿਧਰੇ ਬਹੁਤਾ, ਉਹਦਾ ਏ ਨਾ ਆਣ ਫਰੋਲੇ। ਮੰਨ ਕੇ ਪਾਣੇ ਬੋਲ ਵਾਹਿਗੁਰੂ, ਸਭ ਉਹ ਜਾਣੇ ਬੋਲ ਵਾਹਿਗੁਰੂ, ਉਹ ਵਾਲੀਏ ਰਹਿਮਤ ਵਾਲਾ, ਰਾਹ ਮਿਲ ਜਾਣੇ ਬੋਲ ਵਾਹਿਗੁਰੂ। ਸੁਖ ਤਾਂ ਉਹਦੇ ਦਿੱਤਿਆਂ ਮਿਲਣਾ, ਸੁਖ ਤਾਂ ਉਹਦੇ ਦਿੱਤਿਆਂ ਮਿਲਣਾ, ਹੋਰਾਂ ਤੋਂ ਨਾ ਡੋ। ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ। ਬੜੀ ਵਧੀਆ ਇੱਥੇ ਵੀ ਗੱਲ ਕੀਤੀ ਹੈ ਕਿ ਸੁੱਖ ਤਾਂ ਉਹਦੇ ਦਿੱਤਿਆ ਮਿਲਣਾ, ਹੋਰਾਂ ਤੋਂ ਨਾ ਢੋਲ। ਕਿ ਸੁੱਖ ਉਹਦੇ ਦਿੱਤਿਆ ਮਿਲਣਾ ਭਾਵ ਕਿ ਪਰਮਾਤਮਾ ਕਿੱਥੇ ਹੈ? ਉਹ ਤੇਰੇ ਅੰਦਰ ਵਸਦਾ ਹੈ, ਤੇ ਤੇਰੇ ਡਿਸੀਜਨਾਂ ਦੇ ਵਿੱਚ, ਤੇਰੇ ਕੰਮਾਂ ਦੇ ਵਿੱਚ ਹੀ ਸੁੱਖ ਹੈ।
ਤੇ ਸੁੱਖ ਕਿੱਥੋਂ ਆਵੇਗਾ? ਉਹ ਤੇਰੇ ਅੰਦਰੋਂ ਸੁੱਖ ਪੈਦਾ ਕਰੇਗਾ, ਤੇਰੇ ਅੰਦਰੋਂ ਖੁਸ਼ੀਆਂ ਖੇੜੇ ਪੈਦਾ ਕਰੇਗਾ। ਜਿਵੇਂ ਕਹਿ ਲਈਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹ ਕੇ ਦੇਖਦੇ ਆ ਨਾ, ਤੇ ਉਹਨਾਂ ਨੂੰ ਸੁੱਖ ਉਹਨਾਂ ਦੇ ਅੰਦਰ ਹੈ। ਬੜੇ ਵੱਡੇ ਵੱਡੇ ਪਹਾੜੀ ਰਾਜੇ ਔਰੰਗਜ਼ੇਬ ਵਰਗੇ ਦੁਖੀ ਕਰਨ ਵਾਸਤੇ ਆਏ, ਦੁਖੀ ਕੀਤਾ, ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਤਾ, ਪਰ ਗੁਰੂ ਗੋਬਿੰਦ ਸਿੰਘ ਜੀ ਪੌਣੇ 9 ਸਾਲ ਦੀ ਉਮਰ ਦੇ ਵਿੱਚ ਵੀ ਦੁਖੀ ਨਹੀਂ ਹੋਏ। ਉਹਨਾਂ ਨੇ ਅਨੰਦਪੁਰ ਦਾ ਕਿਲ੍ਹਾ ਛਡਵਾ ਦਿੱਤਾ, ਪਰ ਦੁਖੀ ਨਹੀਂ ਹੋਏ ਪਾਤਸ਼ਾਹ। ਉਹਨਾਂ ਦੇ ਵਿੱਚ 2 ਵੱਡੇ ਸਾਹਿਬ ਸ਼ਹੀਦ ਹੋ ਗਏ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੁਖੀ ਨਹੀਂ ਹੋਏ। ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੁਖੀ ਨਹੀਂ ਹੋਏ। ਤੇ ਯਾਦ ਰੱਖਿਓ ਇਹ ਗੱਲ ਕਿ ਸੁੱਖ ਦੁੱਖ ਦੋਵੇਂ ਆਉਂਦੇ ਜਾਂਦੇ ਰਹਿੰਦੇ ਨੇ, ਪਰ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤੁਹਾਨੂੰ ਦੁਖੀ ਨਹੀਂ ਕਰ ਸਕਦਾ ਜਿੰਨਾ ਤੱਕ ਤੁਸੀਂ ਖੁਦ ਦੁਖੀ ਹੋਣਾ ਨਾ ਚਾਹੋਗੇ। ਤੇ ਦੁੱਖ ਆਉਂਦੇ ਨੇ, ਉਹਨਾਂ ਨਾਲ ਡੀਲ ਕਰੀਏ, ਸਾਹਮਣਾ ਕਰੀਏ ਦੁੱਖਾਂ ਦਾ, ਕਿ ਮੇਰੇ ਪਾਤਸ਼ਾਹਾਂ ਤੇ ਵੀ ਆਏ ਸੀ, ਅੱਜ ਮੈਂ ਵੀ ਉਹਨਾਂ ਦਾ ਸਿੱਖ ਹਾਂ, ਮੇਰੇ ਤੇ ਵੀ ਆਉਣਗੇ ਤੇ ਮੈਂ ਉਹਨਾਂ ਨੂੰ ਹੱਸ ਕੇ ਚੱਲਾਂਗਾ। ਆਂਦੇ ਜਾਂਦੇ ਰਹਿਣਗੇ। ਅੱਗੇ ਗੱਲ ਕੀਤੀ ਕਿ ਸੁੱਖ ਹੋਰਾਂ ਤੋਂ ਨਾ ਢੋਲ, ਕਿ ਕਿਸੇ ਹੋਰਾਂ ਤੋਂ ਜਾ ਕੇ ਸੁੱਖ ਨਾ ਲੱਭਦਾ ਫਿਰੀ, ਤੇ ਜੇ ਹੋਰਾਂ ਤੋਂ ਲੱਭਣ ਵੀ ਜਾਏਗਾ ਤੇ ਗੁਰਬਾਣੀ ਕਹਿੰਦੀ ਹੈ, ਜਿਸ ਮਾਨੁਖ ਪੇ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ, ਕਿ ਜਿਹਦੇ ਕੋਲ ਦੁੱਖ ਲੈ ਕੇ ਜਾਏਗਾ ਨਾ, ਉਹ ਆਪਣਾ ਦੁੱਖ, ਤੇਰਾ ਦੁੱਖ ਤਾਂ ਸੁਣਦਾ ਏ ਕਿਉਂਕਿ ਆਪਣਾ ਦੁੱਖ ਸੁਣਾਉਣ ਲਈ ਤਿਆਰ ਬੈਠਾ ਹੋਇਆ ਹੈ ਅਗਲਾ। ਅੱਜ ਵੀ ਦੇਖੋ, ਕਦੀ ਕਿਸੇ ਨੂੰ ਕੋਈ ਤੁਸੀਂ ਆਪਣੀ ਪ੍ਰੋਬਲਮਾਂ ਸੁਣਾਓਗੇ ਨਾ, ਤੁਸੀਂ ਆਪਣੀ ਸੁਣਾਓਗੇ, ਉਹ ਸੋਚਦਾ ਅੰਦਰੋਂ ਅੰਦਰੀ ਕਿ ਕਦੋਂ ਇਹ ਆਪਣੀਆਂ ਪ੍ਰੋਬਲਮਾਂ ਦਾ ਸ਼ਟਰ ਡਾਊਨ ਕਰੇ ਤੇ ਕਦੋਂ ਮੈਂ ਆਪਣੀਆਂ ਪ੍ਰੋਬਲਮਾਂ ਦਾ ਸ਼ਟਰ ਓਪਨ ਕਰਕੇ ਇਹਨੂੰ ਆਪਣੀਆਂ ਸੁਣਾਵਾਂ। ਅੱਜ ਦੁੱਖ ਦੇ ਵਿੱਚ ਬੰਦਾ ਦੁੱਖ ਤੁਹਾਡੇ ਸੁਣ ਤਾਂ ਲਵੇਗਾ, ਪਰ ਦੁੱਖਾਂ ਦੇ ਨਾਲ ਜਿਹੜਾ ਡੀਲ ਕਰਨਾ ਪੈਣਾ ਉਹ ਤੁਹਾਨੂੰ ਇਕੱਲਿਆਂ ਨੂੰ ਕਰਨਾ ਪੈਣਾ ਹੈ। ਉਹ ਤੁਹਾਡਾ ਕੋਈ ਸਾਥ ਤੁਹਾਨੂੰ ਸੋਲੂਸ਼ਨ ਦੇ ਦੇਵੇਗਾ, ਤੁਹਾਨੂੰ ਸਲਾਹਾਂ ਦੇ ਦੇਵੇਗਾ, ਪਰ ਉਹਦੇ ਵਿੱਚ ਹੰਡਾਉਣਾ ਤੁਹਾਨੂੰ ਖੁਦ ਨੂੰ ਪੈਣਾ ਹੈ। ਸਰੀਰ ਤੇ ਕੋਈ ਕਸ਼ਟ ਆਇਆ ਹੈ ਨਾ, ਤੇ ਦੂਜਾ ਬੜੀਆਂ ਸਲਾਹਾਂ ਦਿੰਦੇ ਨੇ, ਆਹ ਕਰ ਲੈ ਆਹ ਕਰ ਲੈ। ਹਾਂ, ਕੋਈ ਚੰਗੀ ਸਲਾਹ ਦਿੰਦਾ, ਉਹਨੂੰ ਗੱਲ ਫੋਲੋ ਕਰੀਏ, ਪਰ ਜਿਹੜੀ ਉਹ ਫੋਲੋ ਕਰਨੀ ਉਹ ਤੈਨੂੰ ਖੁਦ ਨੂੰ ਕਰਨੀ ਪੈਣੀ ਹੈ। ਸੋ ਆਓ ਸ਼ਬਦ ਨੂੰ ਅੱਗੇ ਸੁਣਨਾ ਕਰੀਏ। ਲੁੱਟੀਆਂ ਤੇਥੋਂ ਨਹੀਂ ਜਾਂਦੀਆਂ, ਉਹ ਤਾਂ ਦਾਤਾਂ ਵੰਡਦਾ ਏ। ਇੱਕ ਹੋਈ ਏ ਦਾਨੀ ਐਸਾ, ਜੋ ਦੇ ਕੇ ਨਾ ਮੰਗਦਾ ਏ। ਇਹ ਅਣਮੁੱਲਾ ਜੀਵਨ ਮਿਲਿਆ, ਇਹ ਅਣਮੁੱਲਾ ਜੀਵਨ ਮਿਲਿਆ, ਭਰਮਾਂ ਵਿੱਚ ਨਾ ਰੋਲ। ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ ਵਾਹਿਗੁਰੂ, ਬੋਲ। ਤੇ ਇਸ ਪੈਰੇ ਵਿੱਚ ਗੱਲ ਕੀਤੀ ਹੈ, ਲੁੱਟੀਆਂ ਤੇਥੋਂ ਨਹੀਂ ਜਾਂਦੀਆਂ, ਉਹ ਤਾਂ ਦਾਤਾ ਵੰਡਦਾ ਏ। ਇੱਕ ਉਹੀ ਹੈ ਦਾਨੀ ਐਸਾ, ਜੋ ਦੇ ਕੇ ਨਾ ਮੰਗਦਾ ਏ। ਕਿ ਇੱਕੋ ਹੀ ਦਾਨੀ ਆ ਜਿਹੜਾ ਦੇ ਕੇ ਕਦੀ ਮੰਗਦਾ ਨਹੀਂ ਹੈ ਤੇਰੇ ਕੋਲੋਂ। ਤੇ ਗੁਰਬਾਣੀ ਵੀ ਕਹਿੰਦੀ ਹੈ, ਦਿੰਦਾ ਦੇ ਲੈਂਦੇ ਥੱਕ ਖਾਏ, ਜੁਗਾ ਜੁਗੰਤਰ ਖਾਈ ਖਾਏ। ਕਿ ਉਹ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਹਮੇਸ਼ਾ ਸਾਨੂੰ ਦਿੰਦੀ ਹੈ, ਮੰਗਦੀ ਨਹੀਂ ਹੈ ਸਾਡੇ ਕੋਲੋਂ। ਤੇਰੀ ਸਿੱਖਣ ਦੀ ਚਾਹਨਾ ਹੋਵੇ, ਜੇ ਤੇਰੀਆਂ ਦਾਤਾਂ ਲੈਣ ਦੀ ਚਾਹਨਾ ਹੋਵੇ ਨਾ, ਤੇ ਤੂੰ ਹਰ ਜਗ੍ਹਾ ਤੋਂ, ਹਰ ਚੀਜ਼ ਤੋਂ ਕੁਝ ਸਿੱਖ ਕੇ ਲੈਂਦਾ ਰਵੇਂ, ਸਿੱਖਦਾ ਰਵੇਂ। ਤੂੰ ਡਿੱਗ ਦੇ ਪੱਤੇ ਦੇ ਕੋਲ ਸਿੱਖ ਲਵੇਂ ਕਿ ਕਿਵੇਂ ਜਦੋਂ ਦਰਖਤ ਦੇ ਨਾਲ ਜੁੜਿਆ ਸੀ ਉਦੋਂ ਹਰਿਆ ਭਰਿਆ ਸੀ, ਥੱਲੇ ਡਿੱਗ ਗਿਆ, ਮੂਲ ਦੇ ਨਾਲ ਟੁੱਟ ਗਿਆ ਤੇ ਸਵਾਹ ਬਣ ਗਿਆ। ਤੂੰ ਸਿੱਖਣਾ ਚਾਹਵੇਂ ਤੇ ਕਿਤਿਓਂ ਵੀ ਆ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਤੋਂ, ਉਸ ਪਸ਼ੂਆਂ ਤੋਂ, ਉਸ ਪੰਛੀਆਂ ਤੋਂ ਵੀ ਸਿੱਖ ਸਕਦਾ ਹੈ। ਉਹ ਕੁੱਤੇ ਤੋਂ ਵੀ ਸਿੱਖ ਸਕਦਾ ਹੈ, ਉਹਦੇ ਅੰਦਰ ਵਫਾਦਾਰੀ ਹੈ। ਤੂੰ ਵੀ ਆਪਣੇ ਮਾਲਕ ਪ੍ਰਤੀ ਵਫਾਦਾਰ ਹੋ, ਕਿਉਂਕਿ ਨੌਵੇਂ ਪਾਤਸ਼ਾਹ ਜੀ ਕਹਿੰਦੇ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤਨੀ ਨਿਤ। ਕਿ ਉਹ ਸਵਾਨ ਭਾਵ ਕਿ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਤੇ ਤੂੰ ਆਪਣੇ ਮਾਲਕ ਦਾ ਦਰ ਕਿਉਂ ਛੱਡਦਾ ਹੈ? ਉਹ ਇਸ ਕਰਕੇ ਜ਼ਿੰਦਗੀ ਦੇ ਵਿੱਚ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਚੱਲੀਏ, ਉੱਪਰ ਨਾ ਵੇਖੀਏ, ਆਪਣੇ ਤੋਂ ਨੀਵੇਂ ਵੇਖ ਕੇ ਚੱਲੀਏ ਕਿ ਮੇਰੇ ਕੋਲ ਚੰਗਾ ਘਰ ਹੈ, ਕਈਆਂ ਕੋਲ ਘਰ ਵੀ ਨਹੀਂ ਹੈ, ਫੁੱਟਪਾਥ ਤੇ ਸੌਂਦੇ ਨੇ। ਮੈਂ ਰਜਵੀਂ ਰੋਟੀ ਖਾ ਕੇ ਸੌਣਾ, ਕਈ ਭੁੱਖੇ ਸੌਂਦੇ ਨੇ। ਮੈਂ ਚੰਗੇ ਬਿਸਤਰਿਆਂ ਤੇ ਪੈਣਾ, ਕਈ ਸੜਕਾਂ ਤੇ ਸੌਂ ਜਾਂਦੇ ਨੇ। ਜ਼ਿੰਦਗੀ ਦੇ ਵਿੱਚ ਜਿਹੜੀਆਂ ਦਾਤਾਂ ਹੈ ਨਾ, ਉਹ ਪਦਾਰਥ ਨਹੀਂ ਹੁੰਦੇ, ਉਹ ਆਪਣੀ ਇੱਕ ਸਮਝ ਵੀ ਹੁੰਦੀ ਹੈ, ਅਕਲ ਵੀ ਹੁੰਦੀ ਹੈ। ਕਿਉਂਕਿ ਗੁਰਬਾਣੀ ਦਾ ਬਚਨ ਹੈ ਕਿ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ। ਜਿਹੜੀ ਤੇਰੀ ਫੱਬ ਹੈ, ਜਿਹੜੀ ਤੇਰੀ ਪਰਸਨੈਲਿਟੀ ਹੈ, ਉਹ ਤੇਰੇ ਗੁਣਾਂ ਕਰਕੇ ਹੁੰਦੀ ਹੈ। ਇੱਕ ਬੱਚਾ ਜਿਹੜਾ ਉਹ ਯੂਨੀਵਰਸਿਟੀ ਦੇ ਵਿੱਚ ਲੈਕਚਰ ਦਿੰਦਾ ਏ, ਐਡਾ ਸੋਹਣਾ ਲੈਕਚਰ ਦਿੰਦਾ ਏ, ਤੇ ਲੈਕਚਰ ਦਿੰਦੇ ਦਿੰਦੇ ਉਸ ਟੀਚਰਾਂ ਦੀ ਅੱਖਾਂ ਖੋਲ ਦਿੰਦਾ ਏ, ਤੇ ਟੀਚਰਾਂ ਵੀ ਪੁੱਛਦੀਆਂ, ਯਾਰ ਇੰਨਾ ਸੋਹਣਾ ਲੈਕਚਰ,
ਤੇ ਉਦੋਂ ਉਹ ਟੀਚਰ ਉਹਦੇ ਪਹਿਨੇ ਹੋਏ ਕੱਪੜੇ ਨਹੀਂ ਦੇਖਦੀ, ਉਹ ਇਹ ਨਹੀਂ ਦੇਖਦੀ ਤੇਰਾ ਘਰ ਕਿਹੋ ਜਿਹਾ ਹੈ, ਤੇਰਾ ਘਰ ਦੇ ਵਿੱਚ ਕਿਹੋ ਜਿਹੇ ਬੈੱਡਰੂਮ ਹੈ, ਕਿਹੋ ਜਿਹੇ ਸੋਫੇ ਨੇ, ਇਹ ਨਹੀਂ ਦੇਖਿਆ ਜਾਂਦਾ ਉੱਥੇ ਦੇਖਿਆ ਜਾਂਦਾ ਉਹਦੀ ਅਕਲ, ਉਹਦੀ ਕਾਮਨ ਸੈਂਸ, ਕਿ ਇਹ ਬੰਦੇ ਦੇ ਅੰਦਰ ਅਕਲ ਕਿੰਨੀ ਹੈ। ਇਹ ਕਿਸੇ ਨੂੰ ਚੰਗੀ ਅਕਲ ਦੇ ਸਕਦਾ ਹੈ, ਕਿਸੇ ਨੂੰ ਚੰਗੇ ਡਿਸੀਜਨ ਦੇ ਸਕਦਾ ਹੈ, ਤੇ ਉਹ ਬੰਦੇ ਦੀ ਫੱਬ ਜਿਹੜੀ ਹੈ ਨਾ ਉਹ ਤੇਰੇ ਗੁਣਾਂ 'ਚ, ਉਹ ਤੇਰੀ ਅਕਲ 'ਚ ਹੁੰਦੀ ਹੈ। ਤੇ ਅੱਗੇ ਗੱਲ ਕੀਤੀ ਹੈ, ਇਹ ਅਨਮੁੱਲਾ ਜੀਵਨ ਮਿਲਿਆ ਭਰਮਾਂ ਦੇ ਵਿੱਚ ਨਾ ਰੋਲ, ਕਿ ਇਹ ਅਨਮੁੱਲਾ ਜੀਵਨ ਮਿਲਿਆ, ਕਿਉਂ ਵਹਿਮਾਂ ਭਰਮਾਂ ਦੇ ਵਿੱਚ ਪੈਣਾ ਫਿਰਦਾ ਹੈ, ਕਿਉਂ ਰੱਬ ਵੱਖਰੇ ਵੱਖਰੇ ਥਾਵਾਂ ਤੇ ਲੱਭਦਾ ਫਿਰਦਾ ਹੈ। ਤੇ ਗੁਰਬਾਣੀ ਕਹਿੰਦੀ ਹੈ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਢੋਲੇ ਸੋ ਭਰਮ ਭੁਲਾਹੀ। ਕਿ ਜਿਹੜਾ ਬੰਦਾ ਅਜੇ ਅਸੀਂ ਇਹ ਤਾਂ ਕਹਿ ਦਿੰਦੇ ਆ ਕਿ ਮੈਂ ਤਾਂ ਰੱਬ ਨੂੰ ਮੰਨਦਾ, ਮੈਂ ਤਾਂ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ, ਉਹਨਾਂ ਨੂੰ ਨਮਸਕਾਰ ਕਰਦਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਸੋਚ ਨੂੰ ਨਹੀਂ ਮੰਨਦਾ, ਜੇ ਇੱਕ ਆਸਾਂ ਇਹ ਲਾ ਕੇ ਬੈਠਾ ਹੈ ਕਿ ਉਹ ਆਪੇ ਕਰੇਗਾ, ਆਪੇ ਦੇਵੇਗਾ, ਆਪੇ ਆਵੇਗਾ, ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਰਮਾਤਮਾ ਤੇਰੇ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਕਿ ਆਪਣ ਹੱਥੀ ਆਪਣਾ ਆਪੇ ਕਾਜ ਸਵਾਰਨਾ ਹੈ, ਤੂੰ ਤੇਰੇ ਅੰਦਰ ਵਸਦਾ ਹੈ। ਕਰ ਕਰ ਕਰਨਾ ਲਿਖ ਲਿਆ ਜਾਓ, ਆਪੇ ਬੀਜ ਆਪੇ ਹੀ ਖਾਓ, ਲੇਖ ਲਿਖਣੇ ਖੁਦ ਲੇਖ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣ ਰਹਿ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ, ਆਪ ਲਿਖ ਆਪ ਕਮਾ। ਜਦੋਂ ਕੁਝ ਗਲਤ ਹੁੰਦੇ ਆ ਨਾ ਤੇਰੇ ਜੀਵਨ ਦੇ ਵਿੱਚ, ਤੇ ਦੋਸ਼ ਕਿਸੇ ਤੇ ਨਾ ਮੜਿਆ ਕਰ, ਤੇਰਾ ਹੀ ਦਿੱਤੇ ਹੋਏ ਦੋਸ਼ ਹੀ ਨੇ। ਚੰਗੀ ਅਕਲ ਨਹੀਂ ਲੈ ਸਕਿਆ, ਚੰਗੀ ਸਮਝ ਨਹੀਂ ਲੈ ਸਕਿਆ, ਜਿੰਨਾ ਕਰਕੇ ਚੰਗੇ ਡਿਸੀਜਨ ਨਹੀਂ ਤੇਰੇ ਕੋਲ ਲਏ ਗਏ, ਜਿੰਨਾ ਕਰਕੇ ਜ਼ਿੰਦਗੀ ਦੇ ਵਿੱਚ ਤੈਨੂੰ ਪਛਤਾਵੇ ਮਿਲਦੇ ਨੇ। ਤੇ ਉੱਥੇ ਗੁਰਬਾਣੀ ਕਹਿੰਦੀ, ਦੱਦੈ ਦੋਸ਼ ਨਾ ਦੇਉ ਕਿਸੇ, ਦੋਸ਼ੀ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਸੋ ਆਓ ਸ਼ਬਦ ਨੂੰ ਅੱਗੇ ਦੇਖਣਾ ਕਰੀਏ। ਮੋਹ ਮਾਇਆ ਹੰਕਾਰ ਨੂੰ ਛੱਡ ਦੇ, ਖਾਲੀਆ ਤੇ ਭਰਿਆ ਜਾ, ਇੱਕੋ ਬੇੜੀ ਨਾਮ ਉਹਦੇ ਦੀ, ਜਪਦਾ ਜਾ ਤੇ ਡਰਿਆ ਜਾ। ਇਹ ਸੀ ਸ਼ਬਦ ਦਾ ਲਾਸਟ ਪੈਰਾ, ਜਿਹਦੇ ਵਿੱਚ ਗੱਲ ਕੀਤੀ ਹੈ ਕਿ ਇੱਕੋ ਬੇੜੀ ਨਾਮ ਉਹਦੇ ਦੀ, ਜਪਦਾ ਜਾ ਤੇ ਤਰਿਆ ਜਾ। ਕਿ ਇੱਕ ਨਾਮ ਦੀ ਬੇੜੀ ਹੈ ਉਹਦੀ, ਜਿਹਦੇ ਨੂੰ ਜਪਦਾ ਜਾ ਭਾਵ ਕਿ ਨਾਮ ਕੀ ਹੈ, ਗਿਆਨ ਅਕਲ ਸਮਝ, ਤੇ ਜਪ ਭਾਵ ਕਿ ਅਕਲ ਲੈਂਦਾ ਜਾ, ਸਮਝ ਗਿਆਨ ਲੈਂਦਾ ਜਾ, ਤੇ ਤਰਿਆ ਜਾ। ਜ਼ਿੰਦਗੀ ਦੇ ਵਿੱਚ ਜਦੋਂ ਅਕਲ ਹੋਵੇਗੀ, ਸਮਝ ਹੋਵੇਗੀ, ਬੰਦਾ ਦੁੱਖ ਦੇ ਵਿੱਚ ਵੀ ਫਿਰ ਕਦੇ ਡੋਲੇਗਾ ਨਹੀਂ, ਫਿਰ ਉਹਦੇ ਡਿਸੀਜਨ ਜਿਹੜੇ ਜ਼ਿੰਦਗੀ ਦੇ ਵਿੱਚ ਹੋਣਗੇ ਚੰਗੇ ਹੋਣਗੇ। ਮਿਹਨਤ ਕਰੇਗਾ, ਫੁੱਲ ਕਰੇਗਾ, ਅੱਗੇ ਮਿਹਨਤ ਦਾ ਜੋ ਰਿਜ਼ਲਟ ਆਵੇਗਾ ਉਹ ਭਾਣਾ ਮੰਨ ਕੇ ਚੱਲੇਗਾ। ਫਿਰ ਉਹ ਕਹੇਗਾ ਕਿ ਮੈਂ ਮਿਹਨਤ ਕੀਤੀ, ਜਿੰਨੀ ਮੇਰੇ ਕੋਲ ਸਮਝ ਮੈਂ ਮਿਹਨਤ ਕੀਤੀ, ਅੱਗੇ ਰਿਜ਼ਲਟ ਨੂੰ ਐਕਸੈਪਟ ਕਰਕੇ ਚੱਲੇਗਾ। ਸੋ ਇਹ ਸ਼ਬਦ ਮੈਨੂੰ ਬਹੁਤ ਸੋਹਣਾ ਲੱਗਾ। ਆਪ ਜੀ ਨੂੰ ਇਹ ਸ਼ਬਦ ਕਿਵੇਂ ਦਾ ਲੱਗਾ, ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ, ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਨੀ। ਜੇ ਆਪ ਜੀ ਚਾਹੁੰਦੇ ਹੋ ਕਿ ਮੈਂ ਇਸੇ ਤਰ੍ਹਾਂ ਕਿਸੇ ਸੌਂਗ ਤੇ ਕਿਸੇ ਸ਼ਬਦ ਤੇ ਰਿਐਕਸ਼ਨ ਦਵਾਂ, ਤੇ ਮੇਰੇ ਆਪ ਜੀ ਕਮੈਂਟ ਬਾਕਸ ਦੇ ਵਿੱਚ ਮੈਨੂੰ ਵੀਡੀਓ ਦਾ ਲਿੰਕ ਸ਼ੇਅਰ ਕਰ ਸਕਦੇ ਹੋ, ਮੈਂ ਉਸ ਤੇ ਜ਼ਰੂਰ ਰਿਐਕਸ਼ਨ ਦਵਾਂਗਾ। ਆਪ ਜੀ ਮੇਰੇ ਚੈਨਲ ਤੇ ਨਵੇਂ ਆਏ ਹੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਦਬਾ ਦਿਓ, ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਸਕੇ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ, ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।